ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਦੇਸ਼ 'ਚ ਫੜੀ ਕਰੋਨਾ ਨੇ ਰਫ਼ਤਾਰ, ਇੱਕ ਦਿਨ 'ਚ ਲੱਖ ਦੇ ਕਰੀਬ ਆਏ ਨਵੇਂ ਕੇਸ, 1100 ਤੋਂ ਵੱਧ ਲੋਕਾਂ ਦੀ ਹੋਈ ਮੌਤ। LAC ਤੇ ਚੀਨ ਦੀ ਨਵੀਂ ਚਾਲ, ਸਰਹੱਦ ਤੇ ਵੱਜਾ ਰਹੇ ਪੰਜਾਬੀ ਗਾਣੇ, ਭਾਰਤੀ ਸੈਨਿਕਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਵਜੋਂ ਵੇਖ ਰਹੇ ਰੱਖਿਆ ਮਾਹਿਰ। ਪੰਜਾਬ ਕੈਬਨਿਟ ਦੀ ਅੱਜ ਹੋਈ ਵਰਚੁਅਲ ਮੀਟਿੰਗ, ਕਈ ਅਹਿਮ ਯੋਜਨਾਵਾਂ ਤੇ ਹੋਈ ਚਰਚਾ, ਮੁੱਖ ਮੰਤਰੀ ਨੇ ਕੀਤੀ ਮੀਟਿੰਗ ਦੀ ਅਗਵਾਈ। ਖੇਤੀ ਆਰਡੀਨੈਂਸ ਅਤੇ ਕਿਸਾਨਾਂ ਦਾ ਹਰਸਿਮਰਤ ਦੇ ਘਰ ਵੱਲ ਟਰੈਕਟਰ ਮਾਰਚ, ਆਮ ਆਦਮੀ ਪਾਰਟੀ ਨੇ ਵੀ ਲਿਆ ਟਰੈਕਟਰ ਮਾਰਚ 'ਚ ਹਿੱਸਾ, ਹਰਪਾਲ ਚੀਮਾ ਨੇ ਮੰਗਿਆ ਹਰਸਿਮਰਤ ਦਾ ਅਸਤੀਫਾ। ਅਤੇ ਭਗਵੰਤ ਮਾਨ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਦਾਅਵਾ, ਮਾਨ ਮੁਤਾਬਕ ਆਮ ਆਦਮੀ ਪਾਰਟੀ ਤੇ ਕਿਸਾਨਾਂ ਦੇ ਦਬਾਅ ਦੇ ਚੱਲਦਿਆਂ ਬਦਲਿਆ ਸੁਖਬੀਰ ਬਾਦਲ ਨੇ ਫੈਸਲਾ। ਤੇ ਹੁਣ ਖਬਰਾਂ ਦਾ ਵਿਸਤਾਰ। ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਭਾਰਤ 'ਚ ਹੀ ਵੱਧ ਰਹੇ ਨੇ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਰਿਕਾਰਡ 97,894 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਇਸ ਦੌਰਾਨ 1,132 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 82,961 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਨੇ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ 'ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਸੰਖਿਆ 51,18,000 ਹੋ ਗਈ ਹੈ। ਇਹਨਾਂ 'ਚੋਂ 83,198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ ਐਕਟਿਵ ਕੇਸ 10,09,000 ਅਤੇ 40,25,000 ਲੋਕ ਠੀਕ ਹੋ ਚੁੱਕੇ ਨੇ। ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 4 ਗੁਣਾ ਵੱਧ ਹੈ। ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਤੇ ਐਕਟਿਵ ਕੇਸਾਂ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 1.64% ਹੋ ਗਈ ਹੈ। ਐਕਟਿਵ ਕੇਸਾਂ ਦੀ ਦਰ ਘਟ ਕੇ 21% ਹੋ ਗਈ ਹੈ। ਲੱਦਾਖ, LAC ਤੇ ਭਾਰਤ ਤੇ ਚੀਨ ਵਿਚਾਲੇ ਤਣਾਅ ਸਿਖਰਾਂ ਤੇ ਹੈ। ਦੋਵੇਂ ਦੇਸ਼ਾਂ ਦੇ ਸੈਨਿਕ ਇੱਕ ਦੂਜੇ ਦੇ ਸਾਹਮਣੇ ਡਟੇ ਹੋਏ ਨੇ ਅਤੇ ਜੰਗੀ ਤਿਆਰੀਆਂ ਲਈ ਹਰ ਤਰ੍ਹਾਂ ਦਾ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਚੀਨ ਨੇ ਨਵੀਂ ਚਾਲ ਚੱਲਦਿਆਂ ਸਰਹੱਦ ਨੇੜੇ ਲਾਊਡ ਸਪੀਕਰ ਲਗਾ ਕੇ ਪੰਜਾਬੀ ਗਾਣੇ ਵਜਾਉਣੇ ਸ਼ੁਰੂ ਕਰ ਦਿੱਤੇ ਨੇ। ਰੱਖਿਆ ਮਾਹਿਰਾਂ ਮੁਤਾਬਕ ਅਜਿਹਾ ਕਰਕੇ ਚੀਨ ਭਾਰਤੀ ਜਵਾਨਾਂ ਦੇ ਦਿਮਾਗ ਨਾਲ ਖੇਡਣਾ ਚਾਹੁੰਦਾ ਹੈ ਅਤੇ ਉਹਨਾਂ ਦਾ ਮਨੋਬਲ ਤੋੜਨਾ ਚਾਹੁੰਦਾ ਹੈ। ਚੀਨ ਆਪਣੀਆਂ ਚਲਾਕੀਆਂ ਤੋਂ ਬਾਜ਼ ਨਹੀਂ ਆ ਰਿਹਾ। LAC ਤੇ ਭਾਰਤੀ ਸੈਨਿਕਾਂ ਦਾ ਧਿਆਨ ਭਟਕਾਉਣ ਲਈ ਚੀਨ ਪੰਜਾਬੀ ਗਾਣਿਆਂ ਦਾ ਸਹਾਰਾ ਲੈ ਰਿਹਾ ਹੈ। ਚੀਨ ਨੇ ਪੂਰਬੀ ਲੱਦਾਖ ਦੀ ਪੈਨਗੋਂਗ ਝੀਲ ਦੇ ਫਿੰਗਰ 4 ਖੇਤਰ ਵਿੱਚ ਲਾਊਡ ਸਪੀਕਰ ਸਥਾਪਿਤ ਕੀਤੇ ਨੇ ਅਤੇ ਉਹਨਾਂ ਉੱਤੇ ਲਗਾਤਾਰ ਪੰਜਾਬੀ ਗਾਣੇ ਵਜਾਏ ਜਾ ਰਹੇ ਨੇ। ਚੀਨ ਨੇ ਇਹ ਕਦਮ ਭਾਰਤੀ ਸੈਨਾ ਦੇ ਸੈਨਿਕਾਂ ਦਾ ਧਿਆਨ ਭਟਕਾਉਣ ਲਈ ਚੁੱਕਿਆ ਹੈ। ਭਾਰਤੀ ਫੌਜ ਫਿੰਗਰ 4 ਨੇੜੇ ਉੱਚੀਆਂ ਪਹਾੜੀਆਂ ਤੋਂ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ। ਸੂਤਰਾਂ ਅਨੁਸਾਰ ਜਿਸ ਪੋਸਟ ਤੇ ਚੀਨੀ ਸੈਨਾ ਨੇ ਲਾਊਡ ਸਪੀਕਰ ਲਗਾਏ ਨੇ ਉਹ ਭਾਰਤੀ ਸੈਨਿਕਾਂ ਦੀ ਨਿਗਰਾਨੀ ਅਧੀਨ ਹੈ। ਲੁਧਿਆਣਾ ਤੋਂ ਰੱਖਿਆ ਮਾਹਰ ਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਹੱਦ ਤੇ ਚੀਨ ਪੰਜਾਬੀ ਗਾਣੇ ਇਸ ਕਰਕੇ ਚਲਾ ਰਿਹਾ ਹੈ ਤਾਂ ਜੋ ਉਹ ਸਾਡੇ ਜਵਾਨਾਂ ਦੇ ਦਿਮਾਗ ਨਾਲ ਖੇਡ ਸਕੇ। ਉਹਨਾਂ ਕਿਹਾ ਕਿ ਇਹ ਸਾਈਕੋਲੋਜੀ ਚੀਨ ਦੀ ਪੁਰਾਣੀ ਰਣਨੀਤੀ ਹੈ। ਇੱਕ ਤਰ੍ਹਾਂ ਦੀ ਜੋ ਮਾਈਂਡ ਜਿੱਤਣ ਦਾ ਜਾਂ ਮਾਈਂਡ ਨੂੰ ਇਨਫਲੂਐਂਸ ਕਰਨ ਦੀ ਟੈਕਟਿਕਸ ਹੁੰਦੀ ਹੈ ਜੋ ਯੂਜ਼ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਉੱਥੇ ਬਹੁਤ ਸਾਰੀਆਂ ਪੰਜਾਬੀ ਟਰੂਪਸ ਨੇ। ਜੇ ਉਹਨਾਂ ਨੂੰ ਕਿਸੇ ਤਰ੍ਹਾਂ ਉਹਨਾਂ ਦੇ ਮਾਈਂਡ ਤੇ ਇਹ ਲਿਆਂਦਾ ਜਾਵੇ ਵੀ ਅਸੀਂ ਤੇ ਤੁਹਾਡੇ ਹੀ ਭਰਾ ਹਾਂ ਤੇ ਤੁਹਾਡੀ ਲੈਂਗੁਏਜ ਯੂਜ਼ ਕਰਦੇ ਹਾਂ ਤੇ ਸਾਡਾ ਇੱਕੋ ਹੀ ਕਲਚਰ ਹੈ, ਤੇ ਕਿਤੇ ਨਾ ਕਿਤੇ ਸਿਕਿਉਰਿਟੀ ਜਿਹੜੀ ਹੈ ਕੰਪਰੋਮਾਈਜ਼ ਕੀਤੀ ਜਾਂਦੀ ਹੈ। ਇੱਕ ਟੈਕਟਿਕਸ ਹੈ ਜੋ ਦੁਸ਼ਮਣ ਵੱਲੋਂ ਯੂਜ਼ ਕੀਤੀ ਜਾਂਦੀ ਹੈ, ਉਹਨਾਂ ਦੀ ਬੋਲੀ ਬੋਲ ਕੇ, ਉਹਨਾਂ ਦੇ ਗਾਣੇ ਚਲਾ ਕੇ ਤੇ ਉਹਨਾਂ ਦੇ ਕਲਚਰ ਤੇ ਭੰਗੜੇ ਪਾ ਕੇ ਜਾਂ ਹੋਰ ਚੀਜ਼ਾਂ ਦਿਖਾ ਕੇ ਇੱਕ ਮਾਈਂਡ ਤੇ ਟਾਰਗੇਟ ਕੀਤਾ ਜਾਂਦਾ। ਚਾਈਨਾ ਇਸ ਤਰ੍ਹਾਂ ਦੀ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਹੈ ਉਹਦੇ 'ਚ ਮਾਹਰ ਹੈ, ਇਸੇ ਦਾ ਇਹ ਹਿੱਸਾ ਹੈ ਤੇ ਇਸੇ ਕਰਕੇ ਇਹ ਕੀਤਾ ਜਾ ਰਿਹਾ। ਇੱਧਰ ਯਾਨੀ ਪੰਜਾਬੀ ਗਾਣਿਆਂ ਤੇ ਕੀਤਾ ਜਾਂਦਾ, ਜੇ ਇੱਧਰ ਨਾਰਥ ਈਸਟ 'ਚ ਦੇਖਿਆ ਜਾਵੇ ਤੇ ਫਿਰ ਉੱਧਰਲੀ ਬੋਲੀ ਤੇ ਉਸ ਤਰ੍ਹਾਂ ਦੀ ਬੋਲੀ ਤੇ ਉਹਨਾਂ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਰੱਖਿਆ ਮਾਹਰ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਤੇ ਹਾਲਾਤ ਤਣਾਅਪੂਰਨ ਨੇ। ਚੀਨ LAC ਤੇ ਆਪਣੇ ਹਿਸਾਬ ਨਾਲ ਕਬਜ਼ਾ ਕਰਕੇ ਭਾਰਤੀ ਸੜਕਾਂ ਤੇ ਨਜ਼ਰ ਰੱਖਣਾ ਚਾਹੁੰਦਾ ਹੈ, ਪਰ ਭਾਰਤੀ ਜਵਾਨ ਵੀ ਆਪਣੀ ਧਰਤੀ ਦੀ ਰੱਖਿਆ ਲਈ ਪੂਰੀ ਤਰ੍ਹਾਂ ਡਟੇ ਹੋਏ ਨੇ। ਉਹਨਾਂ ਦੱਸਿਆ ਕਿ ਚੀਨ ਭਾਰਤ ਨੂੰ 1962 ਦੀ ਜੰਗ ਯਾਦ ਕਰਵਾਉਣਾ ਚਾਹੁੰਦਾ ਹੈ, ਪਰ ਸ਼ਾਇਦ ਉਹ ਇਹ ਭੁੱਲ ਗਿਆ ਕਿ ਉਦੋਂ ਭਾਰਤ ਦੀ ਉਹ ਪਹਿਲੀ ਲੜਾਈ ਸੀ। ਫੌਜ ਨਵੀਂ ਸੀ ਪਰ ਹੁਣ ਹਾਲਾਤ ਕਾਫੀ ਬਦਲ ਗਏ ਨੇ। ਉਹਨਾਂ ਕਿਹਾ ਕਿ ਚਾਈਨਾ ਦੀ ਸ਼ੁਰੂ ਤੋਂ ਇਹ ਰਣਨੀਤੀ ਰਹੀ ਹੈ ਕਿ ਉਹ ਆਪਣਾ ਦਬਦਬਾ ਵਿਖਾ ਕੇ ਜ਼ਮੀਨ ਤੇ ਕਬਜ਼ਾ ਕਰਦਾ ਹੈ, ਪਰ ਭਾਰਤੀ ਜਵਾਨਾਂ ਵੱਲੋਂ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। 1962 ਵਾਲੀ ਗੱਲ ਤੇ ਹੁਣ ਨਹੀਂ ਰਹੀ।
62 'ਚ ਦੋ ਚੀਜ਼ਾਂ ਸੀ ਵੀ, ਇੱਕ ਤੇ ਭਾਰਤੀ ਆਰਮੀ ਹਜੇ ਨਵੀਂ ਸੀ, ਪਹਿਲੀ ਲੜਾਈ ਸੀ ਉਹਨਾਂ ਦੀ, ਤੇ ਸਾਡੀ ਜਿਹੜੀ ਪਾਲਿਸੀ ਸੀ ਵੀ ਅਸੀਂ ਕਿਸੇ ਨਾਲ ਲੜਾਂਗੇ ਨਹੀਂ, ਇਸ ਕਰਕੇ ਇਕੁਇਪਮੈਂਟ ਦੀ ਹਾਲਤ ਬਹੁਤ ਮਾੜੀ ਸੀ। 303 ਰਾਈਫਲਾਂ ਸੀ ਤੇ ਕੋਈ ਆਟੋਮੈਟਿਕ ਹਥਿਆਰ ਨਹੀਂ ਸੀ। 에ਅਰ ਫੋਰਸ ਤਾਂ ਬਿਲਕੁਲ ਹੀ ਯੂਜ਼ ਹੋਈ ਨਹੀਂ ਸੀ 1962 'ਚ, ਜੋ ਬਹੁਤ ਵੱਡਾ ਡਿਫਰੈਂਸ ਜਿਸ ਦੇ ਨਾਲ ਵਾਰ 'ਚ ਆਉਂਦਾ। ਹੁਣ ਹਾਲਾਤ ਉਹ ਨੇ ਨਹੀਂ ਹਨ, ਤੇ ਕਿਉਂਕਿ ਹੁਣ ਭਾਰਤੀ ਫੌਜ ਕਾਫੀ ਮਾਡਰਨਾਈਜ਼ ਹੋ ਚੁੱਕੀ ਹੈ। ਦੂਸਰੇ ਪਾਸੇ ਚੀਨ ਨੇ ਵੀ ਫੌਜ ਨੂੰ ਮਾਡਰਨਾਈਜੇਸ਼ਨ ਕੀਤਾ ਹੈ, ਪਰ ਚੀਨ ਦਾ ਜੋ ਇਲਾਕਾ ਹੈ ਸਭ ਤੋਂ ਵੱਡੀ ਜੋ ਉਹਨਾਂ ਵਾਸਤੇ ਪ੍ਰੋਬਲਮ ਹੈ ਕਿ ਉਹ 10,000 ਫੁੱਟ ਐਵਰੇਜ ਤੋਂ ਉੱਪਰ ਹੈ, ਔਰ ਉਸ ਆਲਟੀਟਿਊਡ ਤੇ ਜ਼ਿਆਦਾ ਵੱਡੀਆਂ ਫੋਰਸਾਂ ਨੂੰ ਮੇਨਟੇਨ ਕਰਨਾ, ਸਰਵਾਈਵ ਕਰਨਾ, ਉਹਨਾਂ ਦੀ ਸਟਾਕਿੰਗ ਕਰਨੀ, ਖਾਸ ਕਰ ਵਿੰਟਰ 'ਚ, ਦਸੰਬਰ 'ਚ, ਉਹ ਇੱਕ ਬਹੁਤ ਵੱਡਾ ਜਿਹੜੀ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈ, ਕਿਉਂਕਿ ਲਾਈਨ ਆਫ ਕਮਿਊਨੀਕੇਸ਼ਨ ਜਿਹੜੀ ਉੱਥੋਂ ਸਮਾਨ ਆਉਣਾ ਚਾਈਨਾ ਦਾ, ਉਹ ਤਿੱਬਤ ਦੇ ਵਿੱਚ ਦੀ ਲੰਘ ਕੇ ਬਹੁਤ ਜ਼ਿਆਦਾ ਦੂਰ ਹੈ ਤੇ ਬਹੁਤ ਡਿਫਿਕਲਟ ਟ੍ਰੇਨ ਹੈ ਭਾਰਤ ਨਾਲੋਂ ਵੀ, ਤੇ ਇਸ ਕਰਕੇ ਚਾਈਨਾ ਵਾਸਤੇ ਵੀ ਲੜਾਈ ਲੜਨੀ ਕੋਈ ਉਨੀ ਸੌਖੀ ਨਹੀਂ ਹੋਏਗੀ ਜਿੰਨੀ 1962  'ਚ ਸੀ, ਤੇ ਚਾਈਨਾ ਨੂੰ ਵੀ ਇਸ ਦਾ ਵੱਡਾ ਨੁਕਸਾਨ ਫੌਜ ਦੇ ਤੌਰ ਤੇ ਇਕਨੋਮਿਕ ਤੌਰ ਤੇ ਵੀ ਉਠਾਉਣਾ ਪਊਗਾ। ਦੱਸ ਦਈਏ ਕਿ ਰੂਸ 'ਚ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਨਾਲ ਸਰਹੱਦ ਤੇ ਤਣਾਅ ਘਟਾਉਣ ਤੇ ਸਹਿਮਤੀ ਬਣੀ ਹੋਈ ਹੈ, ਪਰ ਜ਼ਮੀਨੀ ਪੱਧਰ ਤੇ ਉਸ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਦੋਵੇਂ ਦੇਸ਼ਾਂ ਦੇ ਸੈਨਿਕ ਆਮਣੇ ਸਾਹਮਣੇ ਡਟੇ ਹੋਏ ਨੇ ਅਤੇ ਫੌਜੀ ਜ਼ਰੂਰਤ ਦਾ ਹਰ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ। ਹੁਣ ਪੰਜਾਬੀ ਗਾਣੇ ਚਲਾ ਕੇ ਚੀਨ ਵੱਲੋਂ ਨਵੀਂ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਚੀਨ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਪੰਜਾਬੀ ਗਾਣੇ ਹੌਸਲਾ ਤੋੜਨ ਵਾਲੇ ਨਹੀਂ, ਸਗੋਂ ਹੌਸਲਾ ਵਧਾਉਣ ਵਾਲੇ ਹੁੰਦੇ ਨੇ। ਇਸ ਨਾਲ ਭਾਰਤੀ ਫੌਜੀਆਂ ਦਾ ਮਨੋਬਲ ਘਟਣ ਦੀ ਬਜਾਏ ਹੋਰ ਵਧੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ 'ਚ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਤੇ ਇਸ ਦੌਰਾਨ ਕਈ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਇਸ ਦੌਰਾਨ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਪੰਜਾਬ ਕਾਰਪੋਰੇਟਿਵ ਆਡਿਟ ਰੂਲ 2016 ਨੂੰ ਮਨਜ਼ੂਰੀ ਦਿੱਤੀ ਗਈ। ਉੱਥੇ ਹੀ ਪੰਜਾਬ 'ਚ 2022 ਤੱਕ ਘਰਾਂ 'ਚ ਪਾਣੀ ਦੀ 100% ਉਪਲਬਧਤਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਕੈਬਨਿਟ ਵੱਲੋਂ ਪੰਜਾਬ ਨੇ ਉੱਚ ਵਿਦਿਅਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਫੈਸਲਾ ਲਿਆ। ਦਰਅਸਲ ਮੀਟਿੰਗ 'ਚ ਉੱਚ ਸਿੱਖਿਆ ਦੇ ਫੈਲਾਅ ਲਈ ਨਿਰਮਾਣ ਖੇਤਰ ਸ਼ਰਤਾਂ 'ਚ ਯੂਨੀਵਰਸਿਟੀਆਂ ਲਈ ਰਾਹਤ ਦਿੱਤੀ ਜਾਵੇਗੀ। ਉੱਥੇ ਹੀ ਸੂਬੇ 'ਚ ਵਧੇਰੇ ਪ੍ਰਾਈਵੇਟ ਸੰਸਥਾਵਾਂ ਦੇ ਸਥਾਪਨਾ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੇ ਅੱਜ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਇੱਕ ਵਾਰ ਫਿਰ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ, ਜਿਸ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਇੰਚਾਰਜ ਜਰਨੈਲ ਸਿੰਘ ਨੇ ਸੰਬੋਧਿਤ ਕੀਤਾ। ਭਗਵੰਤ ਮਾਨ ਦਾ ਕਹਿਣਾ ਸੀ ਕਿ ਅਕਾਲੀ ਦਲ ਨੇ ਕਿਸਾਨਾਂ ਅਤੇ ਆਪ ਦੇ ਦਬਾਅ ਕਾਰਨ ਆਪਣਾ ਫੈਸਲਾ ਬਦਲਿਆ, ਪਰ ਹੁਣ ਇਸ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ, ਕਿਉਂਕਿ ਲੋਕ ਇਹਨਾਂ ਦੀ ਹਕੀਕਤ ਜਾਣ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਤੇ ਫਿਰ ਨਿਸ਼ਾਨਾ ਵਿੰਨਿਆ। ਉਹਨਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਉੱਤੇ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੇ ਦਬਾਅ ਕਾਰਨ ਅਕਾਲੀ ਦਲ ਨੇ ਆਪਣਾ ਫੈਸਲਾ ਬਦਲ ਲਿਆ। ਅਕਾਲੀ ਦਲ ਇੱਕ ਪੁਰਾਣੀ ਪਾਰਟੀ ਹੈ ਅਤੇ ਅਕਾਲੀ ਦਲ ਦੇ ਪੁਰਾਣੇ ਆਗੂਆਂ ਨੇ ਬਹੁਤ ਸਾਰੀਆਂ ਜੇਲ੍ਹਾਂ ਕੱਟੀਆਂ ਨੇ, ਜਿਸ ਨੂੰ ਕੁਰਬਾਨੀ ਕਹਿੰਦੇ ਨੇ, ਪਰ ਅੱਜ ਅਕਾਲੀ ਦਲ ਕੁਰਸੀ ਕੁਰਬਾਨ ਕਰਨ ਨੂੰ ਹੀ ਕੁਰਬਾਨੀ ਦੱਸ ਰਿਹਾ ਹੈ। अकाली दल शायद कुर्बानी का मतलब भूल गया। प्रोपेगेंडा ये किया जा रहा है जी कि हम तो हर कुर्बानी देने के लिए तैयार हैं। अब जब पानी सर के ऊपर से गुजर गया, अब कुर्बानी पता नहीं कौन सी देंगे। और ये अकाली दल जब पुरानी जब संघर्ष करती थी, पार्टी लोगों के लिए संघर्ष करने के लिए मानी जाती थी, जेलों में जाने को कुर्बानी कहते थे। आजकल एक मंत्रिमंडल के एक छोटे से पद से इस्तीफा देने को भी कुर्बानी कह रहे हैं। शायद कुर्बानी का मतलब ही नहीं पता इनको। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮੀਡੀਆ ਵਿੱਚ ਝੂਠ ਬੋਲਿਆ ਕਿ ਮੈਂ ਸਦਨ ਤੋਂ ਵਾਕਆਊਟ ਹੋ ਗਿਆ ਸੀ। ਮਾਨ ਨੇ ਕਿਹਾ ਕਿ ਜਦੋਂ ਤੱਕ ਸਦਨ ਦੀ ਕਾਰਵਾਈ ਅਗਲੇ ਦਿਨ ਤੱਕ ਮੁਲਤਵੀ ਨਹੀਂ ਹੋਈ, ਉਹ ਸਦਨ ਵਿੱਚ ਹੀ ਮੌਜੂਦ ਸੀ। ਮਾਨ ਨੇ ਕਿਹਾ ਕਿ ਉਹਨਾਂ ਆਲ ਪਾਰਟੀ ਦੀ ਮੀਟਿੰਗ ਵਿੱਚ ਕਿਹਾ ਸੀ ਕਿ ਸਾਡੇ ਸਾਰੇ ਸੰਸਦ ਮੈਂਬਰਾਂ ਨੂੰ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਇਸ ਲਈ ਸਹਿਮਤ ਹੋ ਗਏ ਸਨ, ਪਰ ਇਸ ਦੇ ਬਾਅਦ ਵੀ ਕੋਈ ਵਫਦ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਗਿਆ। ਸਾਡੇ ਨਾਲ ਚੱਲਦੇ ਅਸੀਂ ਉਦੋਂ ਕਹਿੰਦੇ ਰਹੇ ਹਾਂ ਕਿ ਇਕੱਠੇ ਹੋ ਕੇ ਚਲੋ ਕੈਪਟਨ ਸਾਹਿਬ ਨੂੰ ਹੋਰ ਪਾਰਟੀ ਮੀਟਿੰਗ 'ਚ ਮੈਂ ਕਿਹਾ ਕੋਈ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨੂੰ ਮਿਲਦੇ ਹਾਂ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਕਿ ਹਾਂ ਇੱਕ ਵਫਦ ਜਿਹੜਾ ਪ੍ਰਧਾਨ ਮੰਤਰੀ ਨੂੰ ਮਿਲੂਗਾ, ਇਸ ਤੇ ਆਲ ਪਾਰਟੀ ਵਫਦ। ਕੋਈ ਨਹੀਂ ਲੈ ਕੇ ਗਿਆ, ਕਿਸੇ ਨੇ ਨਹੀਂ ਕੰਟੈਕਟ ਕੀਤਾ। ਇਹ ਬਿੱਲ ਇੱਥੇ ਤੱਕ ਪਹੁੰਚਣਾ ਨਹੀਂ ਚਾਹੀਦਾ ਸੀ। ਸਿਰਫ ਕਿਸਾਨ ਜਿਹੜੇ ਡੰਡੇ ਖਾਂਦੇ ਰਹੇ, ਪਰਚੇ ਕਰਾਉਂਦੇ ਰਹੇ, ਧਰਨੇ ਦਿੰਦੇ ਰਹੇ, ਠੀਕ ਹੈ ਨਾ, ਉਹਨਾਂ ਦੇ ਪਰਚੇ ਹੁੰਦੇ ਰਹੇ। ਹੁਣ ਕਹਿੰਦੇ ਪਰਚੇ ਹੀ ਮਾਫ ਨੇ। ਇਹ ਤਾਂ ਬਿੱਲ ਹੀ ਬਹੁਤ ਗਲਤ ਹੈ। ਸਿਰਫ ਲੋਕਾਂ ਦੇ ਰੋਹ ਨੂੰ ਦੇਖ ਕੇ
ਆਮ ਆਦਮੀ ਪਾਰਟੀ ਦੇ ਦਬਾਅ ਨੂੰ ਦੇਖ ਕੇ ਕੰਮ ਹੋ ਰਿਹਾ। ਭਗਵੰਤ ਮਾਨ ਮੁਤਾਬਕ ਅਕਾਲੀ ਦਲ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਡਬਲ ਗੇਮ ਖੇਡ ਰਿਹਾ ਹੈ, ਪਰ ਹੁਣ ਇਸ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਕਿਉਂਕਿ ਕਿਸਾਨ ਇਹਨਾਂ ਦੀ ਹਕੀਕਤ ਜਾਣ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੇਤੀਬਾੜੀ ਆਰਡੀਨੈਂਸਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਤੋਂ ਬਾਅਦ ਕਾਂਗਰਸ ਤੇ ਆਪ ਦੇ ਗੰਭੀਰ ਦੋਸ਼ ਲਗਾਏ ਨੇ। ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੇ ਇਹਨਾਂ ਮਹੱਤਵਪੂਰਨ ਬਿੱਲਾਂ ਤੋਂ ਪਾਸਾ ਵੱਟ ਕੇ ਆਪਣੀ ਲੁਕਵੀਂ ਸਾਂਝ ਵੀ ਜੱਗ ਜ਼ਾਹਿਰ ਕਰ ਲਈ ਹੈ ਤੇ ਦੋਗਲਾ ਚਿਹਰਾ ਤੇ ਵਿਸ਼ਵਾਸਘਾਤ ਕਰਨ ਦੇ ਇਤਿਹਾਸ ਤੇ ਵਿਰਸੇ ਤੇ ਵੀ ਮੋਹਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਸੰਸਦ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖੇਤੀ ਸੰਬੰਧੀ ਆਰਡੀਨੈਂਸਾਂ ਵਿਰੁੱਧ ਸਪਸ਼ਟ ਠੋਸ ਵਿਚਾਰ ਰੱਖ ਕੇ ਤੇ ਬਿੱਲ ਦੇ ਵਿਰੋਧ ਵਿੱਚ ਭੁਗਤ ਕੇ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਜੋ ਕਹਿੰਦਾ ਉਸ ਤੇ ਪੂਰਾ ਉਤਰਦਾ ਹੈ। ਭਾਰਤੀ ਸੰਸਦ ਅੰਦਰ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਤੇ ਪੰਜਾਬੀਆਂ ਲਈ ਜੋ ਸਟੈਂਡ ਲੈ ਕੇ ਜਿੱਥੇ ਆਪਣਾ ਮਾਨਾਮਤੀ ਸ਼ਾਨਾਮਤੀ ਇਤਿਹਾਸ ਦੁਹਰਾਇਆ, ਉੱਥੇ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੇ ਇਸ ਮਹੱਤਵਪੂਰਨ ਬਿੱਲ ਤੋਂ ਪਾਸਾ ਵੱਟ ਕੇ ਧੋਖਾ ਦੇਣ ਦਾ, ਵਿਸ਼ਵਾਸਘਾਤ ਕਰਨ ਦਾ ਆਪਣਾ ਇਤਿਹਾਸ ਜਾਂ ਫਿਤਰਤ ਦੁਹਰਾਈ ਆ। ਔਰ ਇਹਦੇ ਨਾਲ ਕਾਂਗਰਸ ਦੀ ਤੇ ਆਪ ਪਾਰਟੀ ਦੀ ਜਿਹੜੀ ਲੁਕਮੀ ਸਾਂਢ-ਗਾਂਢ ਆ ਉਹ ਵੀ ਜਗ ਜ਼ਾਹਰ ਹੋਈ ਆ। ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਖੇਤੀ ਸੰਬੰਧੀ ਆਰਡੀਨੈਂਸਾਂ ਦੇ ਵਿਰੁੱਧ ਸਟੈਂਡ ਲੈ ਕੇ ਸਾਬਤ ਕਰਤਾ ਕਿ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ਾਂ ਕੀਤੀਆਂ ਕਿ ਹਮਖਿਆਲ ਪਾਰਟੀਆਂ ਨੂੰ ਲੈ ਕੇ ਕਿਸਾਨ ਆਗੂਆਂ ਨਾਲ, ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲ, ਉਹਨਾਂ ਦੇ ਪ੍ਰਧਾਨ ਸਾਹਿਬ ਕੋਲ ਪੂਰੀ ਭਾਵਨਾ ਤੋਂ ਜਾਣੂ ਕਰਾਇਆ ਜਾਵੇ। ਪਰ ਅਫਸੋਸ ਉਹਨਾਂ ਨੇ ਇਸ ਭਾਵਨਾ ਦੀ ਕਦਰ ਨਹੀਂ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਾਅਦਾ ਵਚਨ ਪੰਜਾਬੀਆਂ ਨਾਲ, ਕਿਸਾਨਾਂ ਨਾਲ ਕੀਤਾ ਸੀ ਉਹ ਤੇ ਪੂਰੇ ਉਤਰੇ। ਬਠਿੰਡਾ ਵਿਖੇ ਅੱਜ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਟਰੈਕਟਰ ਟਰਾਲੀਆਂ ਤੇ ਚੜ੍ਹ ਕੇ ਪਿੰਡ ਨਰੂਆਣਾ ਤੋਂ ਰੋਸ ਮਾਰਚ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦਾ ਘਿਰਾਓ ਕੀਤਾ ਗਿਆ। ਦੁਪਹਿਰ ਬਾਅਦ ਆਮ ਆਦਮੀ ਪਾਰਟੀ ਵੀ ਇਸ 'ਚ ਸ਼ਾਮਲ ਹੋਈ। ਸੂਬੇ ਭਰ 'ਚ ਕਈ ਦਿਨਾਂ ਤੋਂ ਕਿਸਾਨ ਆਰਡੀਨੈਂਸਾਂ ਖਿਲਾਫ ਕਿਸਾਨਾਂ ਦਾ ਧਰਨਾ ਜਾਰੀ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਅਤੇ ਪਾਰਟੀ ਦੇ ਹੋਰ ਵਰਕਰਾਂ ਨੇ ਇਸ ਧਰਨੇ ਪ੍ਰਦਰਸ਼ਨ 'ਚ ਹਿੱਸਾ ਲਿਆ। ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਵਿੱਚ ਸੁਖਬੀਰ ਬਾਦਲ ਆਰਡੀਨੈਂਸ ਬਿੱਲ ਦੇ ਖਿਲਾਫ ਵੋਟ ਪਾ ਰਹੇ ਨੇ ਤਾਂ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਬਿੱਲ ਦਾ ਪ੍ਰਚਾਰ ਕਰ ਰਹੇ ਨੇ। ਉਹਨਾਂ ਕਿਹਾ ਕਿ ਜੇ ਇਹਨਾਂ ਨੂੰ ਕਿਸਾਨਾਂ ਦੀ ਕੋਈ ਚਿੰਤਾ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਆਪਣੀ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇ ਦਿੰਦੀ। ਦੇਖੋ, ਸਰਕਾਰ ਨੇ ਇੱਥੇ ਬੈਰੀਕੇਡ ਲਾਏ ਹੋਏ ਨੇਗੇ, ਇਹ ਤਾਂ ਲਾਏ ਹੋਏ ਨੇ ਕਿ ਤਾਂ ਕਿ ਬਾਦਲ ਪਰਿਵਾਰ ਨੂੰ ਬਚਾਇਆ ਜਾਵੇ। ਅਸੀਂ ਬਾਦਲ ਪਰਿਵਾਰ ਦੇ ਸਾਹਮਣੇ ਗੱਲ ਰੱਖਣੀ ਚਾਹੁੰਦੇ ਸੀਗੇ ਕਿ ਤੁਸੀਂ ਡਬਲ ਸਟੈਂਡਰਡ ਕਿਉਂ ਰੱਖਿਆ ਗਾ। ਤੁਸੀਂ ਇੱਕ ਪਾਸੇ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਤਾਂ ਹੱਕ 'ਚ ਬੋਲਦੇ ਸੀਗੇ, ਪਹਿਲਾਂ ਤਾਂ ਕਹਿੰਦੇ ਸੀਗੇ ਆਰਡੀਨੈਂਸ ਕਿਸਾਨ ਦੇ ਹੱਕ 'ਚ ਨੇਗੇ, ਹੁਣ ਤੁਸੀਂ ਯੂ ਟਰਨ ਲੈ ਲਿਆ। ਹੁਣ ਤੁਹਾਡੀ ਜਿਹੜੀ ਉੱਥੇ ਧੀ ਆ, ਤੁਹਾਡੀ ਨੂੰਹ ਰਾਣੀ ਆ ਹਰਸਿਮਰਤ ਕੌਰ ਬਾਦਲ, ਉਹ ਅਸਤੀਫਾ ਕਿਉਂ ਨਹੀਂ ਦਿੰਦੀ ਹੈਗੀ। ਡਬਲ ਸਟੈਂਡਰਡ ਖੇਡਿਆ ਜਾ ਰਿਹਾ ਹੈਗਾ। ਇੱਕ ਪਾਸੇ ਉਹਨਾਂ ਦਾ ਪਤੀ ਸੁਖਬੀਰ ਸਿੰਘ ਬਾਦਲ ਉਸ ਬਿੱਲ ਦਾ ਵਿਰੋਧ ਕਰਦਾ, ਪਰ ਲੇਕਿਨ ਉਹਦੀ ਪਤਨੀ ਉਸ ਬਿੱਲ ਦੀ ਜਿਹੜੀ ਆ ਹੱਕ 'ਚ ਖੜੀ ਹੈਗੀ। ਇੱਥੋਂ ਪਤਾ ਲੱਗਦਾ ਕਿ ਪਰਿਵਾਰ ਕਿੰਨਾ ਦੋਗਲਾ ਗਾ, ਕਿੰਨੇ ਦੋਗਲੀਆਂ ਗੱਲਾਂ ਇਹ ਕਰ ਰਿਹਾ ਹੈਗਾ। ਲੋਕ ਇਨਸਾਫ ਪਾਰਟੀ ਵੱਲੋਂ ਲੰਘੇ ਕੱਲ ਸ਼ੁਰੂ ਕੀਤੀ ਗਈ ਪੰਜਾਬ ਯਾਤਰਾ ਅੱਜ ਪੁਲਿਸ ਨੇ ਜਲੰਧਰ 'ਚ ਰੋਕ ਦਿੱਤੀ। ਪੁਲਿਸ ਨੇ ਸਿਮਰਜੀਤ ਬੈਂਸ, ਬਲਵਿੰਦਰ ਬੈਂਸ ਤੇ ਉਹਨਾਂ ਦੇ ਦਰਜਨਾਂ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਬੈਂਸ ਨੇ ਧਾਰਾ 144 ਦੀ ਉਲੰਘਣਾ ਕੀਤੀ ਹੈ। ਉਹਨਾਂ ਕੋਲ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਸੀ। ਦੂਜੇ ਪਾਸੇ ਬੈਂਸ ਦਾ ਕਹਿਣਾ ਸੀ ਕਿ ਸਰਕਾਰ ਚਾਹੇ ਉਹਨਾਂ ਨੂੰ ਜਿੰਨੀ ਵਾਰ ਮਰਜ਼ੀ ਗ੍ਰਿਫਤਾਰ ਕਰੇ, ਉਹ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਤੇ ਦਲਿਤ ਵਿਦਿਆਰਥੀਆਂ ਨੂੰ ਇਨਸਾਫ ਦਿਵਾ ਕੇ ਰਹਿਣਗੇ। ਸਕਾਲਰਸ਼ਿਪ ਘੁਟਾਲੇ ਦੀ ਸੀਬੀਆਈ ਜਾਂਚ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵੱਲੋਂ ਆਟੋ ਰਿਕਸ਼ਾ ਤੇ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ। 3 ਟਾਇਰ 2 ਪੈਰ ਸਾਧੂ ਤੇਰੀ ਨਹੀਂ ਖੈਰ ਨਾਰੇ ਦੇ ਨਾਲ ਸ਼ੁਰੂ ਕੀਤੀ ਇਹ ਯਾਤਰਾ ਅੱਜ ਪੁਲਿਸ ਨੇ ਜਲੰਧਰ 'ਚ ਰੋਕ ਦਿੱਤੀ। ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ, ਬਲਵਿੰਦਰ ਬੈਂਸ ਅਤੇ ਉਹਨਾਂ ਦੇ ਦਰਜਨਾਂ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੱਸ 'ਚ ਭਰ ਕੇ ਥਾਣੇ ਲੈ ਗਈ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਰਕਰ ਪੰਜਾਬ ਸਰਕਾਰ ਤੇ ਸਾਧੂ ਸਿੰਘ ਧਰਮਸੋਤ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ। ਸਿਮਰਜੀਤ ਬੈਂਸ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਧਰਮਸੋਤ ਦੀ ਬਰਖਾਸਤਗੀ ਨਹੀਂ ਹੁੰਦੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਨਹੀਂ ਕਰਵਾਈ ਜਾਂਦੀ, ਉਹ ਰੁਕਣ ਵਾਲੇ ਨਹੀਂ ਹਨ। ਫਿਰ ਚਾਹੇ ਸਰਕਾਰ ਉਹਨਾਂ ਨੂੰ ਜਿੰਨੀ ਵਾਰ ਮਰਜ਼ੀ ਗ੍ਰਿਫਤਾਰ ਕਰੇ ਜਾਂ ਫਿਰ ਜੇਲ੍ਹ ਭੇਜੇ। ਸਾਡੀ ਡਿਮਾਂਡ ਹੈਗੀ ਆ ਦਲਿਤ ਮੁਨਾਫਾ ਰਾਸ਼ੀ ਵੱਡਾ ਸਕੈਮ ਬਹੁਤ ਕਰੋੜੀ ਮੰਤਰੀ ਧਰਮਸੋਤ ਡਿਸਮਿਸ ਕਰਕੇ ਸੀਬੀਆਈ ਦੀ ਜਾਂਚ ਦਿਓ ਜੀ। ਸਾਨੂੰ ਇੱਕ ਵਾਰੀ ਸਾਡੇ 100 ਵਾਰੀ ਥਾਣੇ ਬੰਦ ਕਰ ਲੈਣ ਜੀ, FIR ਦੇ ਦੇਣ, ਜੇਲ੍ਹ 'ਚ ਭੇਜ ਦੇਣ, ਅਸੀਂ ਡਰਨ ਵਾਲੇ ਨਹੀਂ ਜੀ। ਜਿੰਨੀ ਦੇਰ ਤੱਕ ਸਾਧੂ ਸਿੰਘ ਧਰਮ
ਧਰਮਸੋਤ ਡਿਸਮਿਸ ਨਹੀਂ ਕੀਤਾ। ਲੋਕ ਇਨਸਾਫ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਬੈਂਸ ਨੂੰ ਹਿਰਾਸਤ 'ਚ ਲੈਣ ਵਾਲੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਧਾਰਾ 144 ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕੋਲ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰਾ ਜਿਹੜਾ ਗੈਰ ਕਾਨੂੰਨੀ ਕੰਮ ਹੈਗਾ, ਕਿਉਂਕਿ ਜਿਹੜਾ ਹਾਈ ਕੋਰਟ ਵੱਲੋਂ ਜਾਂ ਜਿਹੜਾ 144 ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਲੱਗੀ ਹੋਈ ਹੈ, ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪ੍ਰੋਟੈਸਟ ਦੀ ਕੋਈ ਇਹਨਾਂ ਤੋਂ ਪਰਮਿਸ਼ਨ ਨਹੀਂ ਸੀ। ਇਹਨਾਂ ਸਾਰੇ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ। ਦੱਸ ਦਈਏ ਕਿ ਇਸ ਯਾਤਰਾ ਰਾਹੀਂ ਬੈਂਸ ਨੇ ਪਹਿਲਾਂ ਦੁਆਬਾ, ਫਿਰ ਮਾਝਾ ਅਤੇ ਬਾਅਦ 'ਚ ਮਾਲਵਾ ਖੇਤਰ ਦਾ ਦੌਰਾ ਕਰਨਾ ਸੀ ਅਤੇ ਇਸ ਯਾਤਰਾ ਦੌਰਾਨ ਆਪਣੀਆਂ ਰਾਤਾਂ ਦਲਿਤ ਵਿਦਿਆਰਥੀਆਂ ਦੇ ਘਰ ਬਿਤਾਉਣੀਆਂ ਸਨ। ਪਰ ਅੱਜ ਪੁਲਿਸ ਨੇ ਉਹਨਾਂ ਨੂੰ ਸਾਥੀਆਂ ਸਮੇਤ ਹਿਰਾਸਤ 'ਚ ਲੈ ਲਿਆ ਅਤੇ ਜਲੰਧਰ 'ਚ ਦੂਜੇ ਦਿਨ ਹੀ ਇਹ ਯਾਤਰਾ ਰੋਕ ਦਿੱਤੀ ਗਈ ਹੈ। ਜਲੰਧਰ ਤੋਂ ਜਤਿਨ ਮਰਵਾਹਾ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ। ਸੂਬੇ 'ਚ ਵੱਧ ਰਹੇ ਨਸ਼ੇ ਦੇ ਵਪਾਰ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸੀ ਵਰਤ ਰਹੀ ਹੈ। ਇਸ ਕੜੀ 'ਚ ਹੁਣ ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬਟਾਲਾ ਪੁਲਿਸ ਨੇ 3 ਲੋਕਾਂ ਨੂੰ ਕਰੀਬ 6 ਕਿਲੋ 557 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਪਾਕਿਸਤਾਨ ਤੋਂ ਆਉਣ ਵਾਲੀ ਨਸ਼ੇ ਦੀ ਖੇਪ ਨੂੰ ਸਰਹੱਦ ਤੋਂ ਲੈ ਕੇ ਆਉਂਦੇ ਸੀ। ਗ੍ਰਿਫਤਾਰ ਕੀਤੇ ਗਏ ਤਿੰਨੋਂ ਸਮਗਲਰਾਂ ਤੇ ਕੇਸ ਦਰਜ ਕਰਦੇ ਹੋਏ ਪੁਲਿਸ ਨੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਅੱਗੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਤਸਕਰਾਂ ਦੇ ਕਿੰਨਾ ਲੋਕਾਂ ਦੇ ਨਾਲ ਸੰਬੰਧ ਨੇ ਅਤੇ ਇਹ ਕਿਵੇਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸੀ। ਅੱਛਾ, ਬਟਾਲਾ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੌਰਾਨ ਇਹ 3 ਜਿਹੜੇ ਹੈਗੇ ਨਾ ਸਮਗਲਰਸ ਅਰੈਸਟ ਕੀਤੇ ਆ। ਇਹਦੇ ਵਿੱਚ ਸਰਬਜੀਤ ਸਿੰਘ, ਜਗਤਾਰ ਸਿੰਘ ਅਤੇ ਸੁਰਜੀਤ ਸਿੰਘ। ਇਹਨਾਂ ਤੋਂ ਇਨੀਸ਼ੀਅਲੀ 157 ਗ੍ਰਾਮ ਹੈਰੋਇਨ ਪਕੜੀ ਸੀ। ਆਫਟਰ ਇੰਟਰੋਗੇਸ਼ਨ, ਸਸਟੇਨਡ ਇੰਟਰੋਗੇਸ਼ਨ ਬਾਈ ਐਸਐਸਪੀ ਬਟਾਲਾ ਐਂਡ ਹਿਸ ਟੀਮ, ਉਹ ਤੋਂ ਬਾਅਦ ਇਹਨਾਂ ਨੇ ਇੰਕਸ਼ਾਫ ਕੀਤਾ ਤੇ ਅੰਮ੍ਰਿਤਸਰ ਰੂਰਲ ਦੇ ਵਿੱਚ ਇੱਕ ਕੱਕੜ ਚੌਂਕੀ ਹੈਗੀ, ਇੱਕ ਰਣੀਆਂ ਚੌਂਕੀ ਹੈਗੀ ਆ, BSF ਦੀਆਂ ਪੋਸਟਾਂ ਹੈਗੀਆਂ ਔਨ ਦਾ ਬਾਰਡਰ। ਇਹਨਾਂ ਨੇ ਬਾਕੀ ਦੀ ਜਿਹੜੀ ਮਾਤਰਾ ਸੀ ਜਿਹੜੀ ਪਾਕਿਸਤਾਨ ਤੋਂ ਇੰਪੋਰਟ ਕੀਤੀ ਹੋਈ ਸੀ ਇਲੀਗਲੀ, ਉਹ ਫੈਂਸ ਤੋਂ ਅਗਲੇ ਪਾਸੇ ਜਿਹੜੀ ਇੰਡੀਅਨ ਜ਼ਮੀਨ ਹੈ ਉੱਥੇ ਦੱਬੀ ਹੋਈ ਸੀ। ਫਿਰ ਸਾਡੀ ਟੀਮ SSP ਸਾਹਿਬ ਨੇ ਲੀਡ ਕਰਕੇ ਉੱਥੇ ਜਾ ਕੇ BSF ਦੀ ਅਥਾਰਟੀ ਨੂੰ ਰਿਕੁਐਸਟ ਕਰਕੇ BSF ਦੀ ਫੁੱਲ ਕੋਆਪਰੇਸ਼ਨ ਲੈ ਕੇ ਉਹਨਾਂ ਦੇ ਜਿਹੜੇ ਕਮਾਂਡੈਂਟ ਸਾਹਿਬ ਨੇ ਉਹਨਾਂ ਨੇ ਬੜੀ ਮਦਦ ਕੀਤੀ। ਉਹ ਅਕ੍ਰੋਸ ਦਾ ਫੈਂਸ ਜਾ ਕੇ ਇਹ ਸਾਰਾ ਫਿਰ ਰਿਕਵਰ ਕਰਕੇ ਲਾਏ ਹੋਰ ਹੈਰੋਇਨ। ਇਸ ਵੇਲੇ ਟੋਟਲ ਜਿਹੜੀ ਰਿਕਵਰੀ ਹੋਈ ਹੈ 6 ਕਿਲੋ 557 ਗ੍ਰਾਮ ਹੈਰੋਇਨ ਦੀ ਹੋਈ ਹੈ। ਇਹ ਤਿੰਨੇ ਹੀ ਸਮਗਲਰ ਜਿਹੜੇ ਹੈਗੇ ਸੀ ਪਾਕਿਸਤਾਨ ਦੇ ਸਮਗਲਰਾਂ ਨਾਲ ਮਿਲੇ ਹੋਏ ਸੀ। ਉੱਥੋਂ ਜਿਹੜਾ ਸਮਾਨ ਇੱਥੇ ਮੰਗਵਾਉਂਦੇ ਹੁੰਦੇ ਸੀ। ਇਹਨਾਂ ਦੀ ਮੋਡਸ ਆਪਰੈਂਡੀ ਇਹ ਸੀ ਕਿ ਫੋਨ ਤੇ ਗੱਲਬਾਤ ਕਰਕੇ ਉਹ ਦੱਸੀ ਹੋਈ ਇਹਨਾਂ ਦੀ ਜਗ੍ਹਾ ਤੇ ਸਮਾਨ ਰੱਖ ਜਾਂਦੇ ਸੀ, ਇਹ ਦੱਸੀ ਹੋਈ ਜਗ੍ਹਾ ਤੋਂ ਸਮਾਨ ਲਿਆਉਂਦੇ ਸੀ। ਕੁਝ ਅਣਪਛਾਤੇ ਬੰਦਿਆਂ ਨੇ ਗੜਸ਼ੰਕਰ ਦੇ ਪਿੰਡ ਜੈਤਪੁਰ ਤੇ ਬਾਹੂਵਾਲ 'ਚ ਖਾਲਿਸਤਾਨੀ ਪੱਖੀ ਨਾਰੇ ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ ਤੇ ਲਿਖ ਦਿੱਤੇ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਮੌਕੇ ਤੇ ਪਹੁੰਚੀ ਪੁਲਿਸ ਇਹਨਾਂ ਨਾਰਿਆਂ ਨੂੰ ਮਿਟਾ ਰਹੀ ਹੈ। ਨਾਲ ਹੀ ਇਸ ਸੰਬੰਧੀ ਜਾਂਚ ਵੀ ਆਰੰਭ ਦਿੱਤੀ ਗਈ ਹੈ। ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਸਮਰਥਕਾਂ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਮਕਸਦ ਨਾਲ ਵੱਖ-ਵੱਖ ਗਤੀਵਿਧੀਆਂ ਨੂੰ ਜਨਮ ਦਿੱਤਾ ਜਾ ਰਿਹਾ ਹੈ। ਚਾਹੇ ਉਹ ਫਿਰ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਗੱਲ ਹੋਵੇ ਜਾਂ ਫਿਰ ਖਾਲਿਸਤਾਨ ਦੇ ਹੱਕ ਵਿੱਚ ਦੀਵਾਰਾਂ ਤੇ ਲਿਖਣ ਦੀ ਗੱਲ ਹੋਵੇ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੜਸ਼ੰਕਰ ਦੇ ਬਲਾਕ ਮਾਹਲਪੁਰ ਦਾ, ਜਿੱਥੇ ਬੀਤੇ ਦਿਨੀ ਪਿੰਡ ਕਾਲੇਵਾਲ ਭਗਤਾਂ ਦੇ ਸਰਕਾਰੀ ਸਕੂਲ ਵਿੱਚ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਝੰਡੇ ਨੂੰ ਉਤਰਵਾ ਦਿੱਤਾ ਸੀ ਤੇ ਉਸ ਤੋਂ ਬਾਅਦ ਬੀਤੀ ਰਾਤ ਅਣਪਛਾਤੇ ਬੰਦਿਆਂ ਨੇ ਜੈਤਪੁਰ, ਬਾਹੂਵਾਲ ਸਮੇਤ ਹੋਰ ਪਿੰਡਾਂ ਵਿੱਚ ਖਾਲਿਸਤਾਨੀ ਪੱਖੀ ਨਾਰੇ ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ ਤੇ ਲਿਖ ਦਿੱਤੇ, ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਸਵੇਰੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਖਾਲਿਸਤਾਨ ਸੰਬੰਧੀ ਨਾਰੇ ਵੱਖ-ਵੱਖ ਸਥਾਨਾਂ ਤੇ ਲਿਖੇ ਹੋਏ ਸੀ। ਆ ਮੇਰਾ ਢਾਬਾ, ਇਹ ਅਸੀਂ ਵੀ ਹੁਣੇ ਜ਼ਿਲ੍ਹੇ SHO ਸਾਹਿਬ ਆਏ ਸੀਗੇ, ਉਸ ਵੇਲੇ ਸਾਨੂੰ ਵੀ ਪਤਾ ਲੱਗਾ ਕਿ ਆ ਕੀ ਲਿਖਿਆ ਹੋਇਆ। ਮੈਂ ਵੀ ਹੁਣੇ ਸ਼ਹਿਰੋਂ ਆਇਆ ਹੀ ਆ ਤੇ ਜ਼ਿਲ੍ਹੇ ਆਇਆ ਤਾਂ ਸਾਡੇ ਕੋਲ ਆਏ, ਕਹਿੰਦੇ ਕੈਮਰੇ ਲੱਗੇ ਹੋਏ ਆ। ਮੈਂ ਕਿਹਾ ਹਾਂਜੀ ਕੈਮਰੇ ਲੱਗੇ ਹੋਏ ਆ, ਤੇ ਕਹਿੰਦੇ ਕੈਮਰਾ ਚੈੱਕ ਕਰੋ। ਬੱਤੀ ਹੈ ਨਹੀਂ ਸੀ ਤੇ ਬੱਤੀ ਕਹਿੰਦੇ ਚਲੋ ਠੀਕ ਆ ਅਸੀਂ ਫੇਰ ਚੈੱਕ ਕਰ ਲਵਾਂਗੇ। ਤੇ ਮੁੜ ਕੇ ਕਹਿੰਦੇ ਕਿਹਨੇ ਲਿਖਿਆ, ਸਾਨੂੰ ਤਾਂ ਪਤਾ ਹੀ ਨਹੀਂ। ਇਹ ਖਾਲਿਸਤਾਨ ਬਾਰੇ ਲਿਖਿਆ ਹੋਇਆ, ਖਾਲਿਸਤਾਨ ਬੋਰਡ ਬਣਾਓ ਤੇ ਲਿਖਿਆ ਜੀ ਖਾਲਿਸਤਾਨ ਵੋਟਾਂ ਬਣਾਓ। ਕੀ ਤੁਸੀਂ ਕਦੋਂ ਦੇਖਿਆ? ਇਹ ਤਾਂ ਸਵੇਰੇ ਦੇਖਿਆ ਜੀ। ਅੱਜ ਇੱਕੋ ਆਇਆ ਪੁਲਿਸ ਵਾਲਾ ਜਿਹੜਾ? ਪੁਲਿਸ ਵਾਲੇ ਆਏ ਸੀਗੇ, ਦੇਖ ਕੇ ਚਲੇ ਗਏ ਜੀ। ਇਹ ਤਾਂ ਕੁਛ ਨਹੀਂ ਜੀ ਕਹਿ ਸਕਦੇ ਅਸੀਂ, ਜੀ ਤਾਂ ਹੁਣ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ ਜੀ। ਦੇਖਿਆ ਜਾਵੇ ਤਾਂ ਅੱਡਾ ਆ ਨਾਲ, ਅੱਡਾ ਆ ਉਹਦਾ ਮੇਨ, ਜਿੱਦਾਂ ਰੋਡ ਚੱਲਦਾ ਹੈ। ਵੈਸੇ ਉਹਦਾ ਰਾਤ ਦਾ ਯਾਰ ਸ਼ਰਾਰਤੀ ਅੰਸੀਆਂ ਦਾ ਕੰਮ ਆ।
ਇਸ ਸਾਰੇ ਮਾਮਲੇ ਬਾਰੇ ਰਜਿੰਦਰ ਸਿੰਘ SHO ਚੱਬੇਵਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਖਾਲਿਸਤਾਨ ਦੇ ਬਾਰੇ ਜੋ ਲਿਖਿਆ ਹੋਇਆ ਸੀ ਉਸ ਨੂੰ ਮਿਟਾ ਦਿੱਤਾ ਗਿਆ ਹੈ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਿਸੇ ਸ਼ਰਾਰਤੀ ਅਨਸਰ ਦਾ ਜਿਹੜਾ ਕੰਮ ਹੈਗਾ ਤੇ ਇਹਦੀ ਜਿਹੜੀ ਹੈ ਛਾਣਬੀਣ ਕੀਤੀ ਜਾ ਰਹੀ ਹੈ, ਜੋ ਵੀ ਛਾਣਬੀਣ ਕਰਕੇ ਪਤਾ ਲਗਾ ਕੇ ਤੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਿੰਨੀ ਕਿ ਜਗ੍ਹਾ ਲਿਖੀ ਹੋਈ ਜਿਹੜੇ ਹੁਣ ਤੱਕ ਪਤਾ ਲੱਗਾ ਜੀ? ਇਹ ਅਲੱਗ-ਅਲੱਗ ਜਗ੍ਹਾ ਜਿਹੜਾ ਹੈਗਾ ਕਿ 5-10 ਥਾਵਾਂ ਤੇ ਅਲੱਗ-ਅਲੱਗ ਜਗ੍ਹਾ ਲਿਖੇ ਹੋਏ ਆ ਤੇ ਛਾਣਬੀਣ ਕਰ ਲਿਆ। ਇਹਨਾਂ ਨੂੰ ਦੇਖਣ ਤੋਂ ਲੁਟਾਇਆ ਜਾ ਰਿਹਾ? ਹਾਂ, ਇਹ ਮਿਟਾ ਦਿੱਤਾ ਹੈ ਜੋ ਵੀ ਹੈ ਸਾਰੇ ਮਿਟਾ। ਸਰ ਕੀ ਲੱਗਦਾ ਕਿ ਇੱਕ ਵਿਰੋਧ ਦੇ ਕੰਮ ਆ ਕਿ ਜ਼ਿਆਦਾ ਇਹ ਸ਼ਰਾਰਤੀ ਅਨਸਰ ਦਾ ਇਹ ਛਾਣਬੀਣ ਕਰਕੇ ਪਤਾ ਲੱਗੇਗਾ ਸਰ। ਪੰਜਾਬ 'ਚ ਖੂਨ ਦੀ ਕਮੀ ਨਾਲ ਜੂਝ ਰਹੇ ਬਿਮਾਰ ਕੁੱਤੇ ਜਾਂ ਹਾਦਸੇ 'ਚ ਫੱਟਰ ਹੋਏ ਕੁੱਤਿਆਂ ਦਾ ਇਲਾਜ ਹੁਣ ਆਸਾਨੀ ਨਾਲ ਹੋ ਸਕੇਗਾ। ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਕੁੱਤਿਆਂ ਲਈ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਗਿਆ। ਇਹ ਉੱਤਰੀ ਭਾਰਤ ਦਾ ਪਹਿਲਾ ਤੇ ਦੇਸ਼ ਦਾ ਦੂਜਾ ਬਲੱਡ ਬੈਂਕ ਹੈ ਜਿੱਥੇ ਕੁੱਤਿਆਂ ਨੂੰ ਖੂਨ ਚੜਾਇਆ ਜਾ ਸਕੇਗਾ। ਇੰਨਾ ਹੀ ਨਹੀਂ, ਦਾਨੀ ਕੁੱਤੇ ਆਪਣਾ ਖੂਨ ਦਾਨ ਵੀ ਕਰ ਸਕਣਗੇ। ਇਨਸਾਨਾਂ ਲਈ ਤਾਂ ਬਲੱਡ ਬੈਂਕ ਪੂਰੀ ਦੁਨੀਆ ਵਿੱਚ ਨੇ, ਪਰ ਹੁਣ ਪੰਜਾਬ ਦੇ ਲੁਧਿਆਣਾ ਵਿੱਚ ਕੁੱਤਿਆਂ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਇਹ ਉੱਤਰੀ ਭਾਰਤ ਵਿੱਚ ਕੁੱਤਿਆਂ ਲਈ ਪਹਿਲਾ ਬਲੱਡ ਬੈਂਕ ਹੈ। ਇਸ ਯੂਨੀਵਰਸਿਟੀ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ ਵਿੱਚ ਜ਼ਖਮੀ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਤੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮਾਲ ਐਨੀਮਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ਵਿੱਚ ਬਣੇ ਬਲੱਡ ਬੈਂਕ ਦੇ ਵਿੱਚ 120 ਤੋਂ ਵੀ ਵੱਧ ਬਿਮਾਰ ਕੁੱਤਿਆਂ ਨੂੰ ਖੂਨ ਚੜਾਇਆ ਜਾ ਚੁੱਕਾ ਹੈ। ਬਲੱਡ ਬੈਂਕ ਸਥਾਪਿਤ ਕਰਨ ਲਈ 50 ਲੱਖ ਰੁਪਏ ਖਰਚ ਹੋਏ ਨੇ। ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਦੇਸ਼ ਵਿੱਚ ਹੁਣ ਤੱਕ ਸਿਰਫ ਡੌਗ ਬਲੱਡ ਬੈਂਕ ਦੇ 2 ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਅਜਿਹਾ ਪਹਿਲਾ ਬਲੱਡ ਬੈਂਕ ਚੇਨਈ ਵੈਟਰਨਰੀ ਯੂਨੀਵਰਸਿਟੀ ਵਿੱਚ ਅਤੇ ਦੂਜਾ ਲੁਧਿਆਣੇ ਵਿੱਚ ਹੈ। ਇਹ ਕਾਫੀ ਪ੍ਰੈਸਟੀਜੀਅਸ ਪ੍ਰੋਜੈਕਟ ਆ। ਅੱਜ ਤੋਂ 1.5-2 ਸਾਲ ਪਹਿਲਾਂ ਇੰਡੀਅਨ ਗਵਰਨਮੈਂਟ ਨੇ, ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਨੇ ਕੁਝ ਪ੍ਰੋਜੈਕਟਸ ਮੰਗੇ ਸੀ, ਉਹਦੇ 'ਚ ਅਸੀਂ ਅਪਲਾਈ ਕੀਤਾ। 25 ਇੰਸਟੀਚਿਊਟ ਸੀਗੇ ਜਿਨ੍ਹਾਂ ਨੇ ਥਰੂ ਆਊਟ ਇੰਡੀਆ ਅਪਲਾਈ ਕੀਤਾ। ਉਹਨਾਂ 'ਚੋਂ 2 ਪ੍ਰੋਜੈਕਟ ਸੈਂਕਸ਼ਨ ਹੋਏ ਬਲੱਡ ਟ੍ਰਾਂਸਫਿਊਜ਼ਨ ਦੇ ਉੱਤੇ, ਪਹਿਲਾ ਚੇਨਈ ਦੇ ਵਿਖੇ ਤੇ ਦੂਜਾ ਗੜਵਾਸੂ 'ਚ। ਤੇ ਇਹਦੇ ਅੰਡਰ ਸਾਨੂੰ 50 ਲੱਖ ਰੁਪਈਆ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਨੇ ਦਿੱਤਾ, ਜਿਹਦੇ 'ਚੋਂ ਅਸੀਂ ਇੰਸਟਰੂਮੈਂਟ ਪਰਚੇਜ਼ ਕੀਤੇ ਆ ਤੇ ਹੁਣ ਇਹ ਬਲੱਡ ਟ੍ਰਾਂਸਫਿਊਜ਼ਨ ਪ੍ਰੋਜੈਕਟ ਜਿਹੜਾ ਰਨ ਕਰ ਰਹੇ ਹਾਂ। ਪਹਿਲਾਂ ਜਿਹੜਾ ਵੀ ਚੱਲ ਰਿਹਾ ਸੀ ਉਹ ਹੋਲ ਬਲੱਡ ਟ੍ਰਾਂਸਫਿਊਜ਼ਨ ਸੀਗਾ, ਵੀ ਇੱਕ ਡੌਗ 'ਚੋਂ ਬਲੱਡ ਲਿਆ, ਦੂਜੇ 'ਚੋਂ ਉਹਨੂੰ ਟ੍ਰਾਂਸਫਿਊਜ਼ਨ ਕਰਤੀ। ਪਰ ਜਦੋਂ ਅਸੀਂ ਦੇਖਦੇ ਹਾਂ ਡੋਨਰ ਡੌਗ ਦੀ ਹਾਲੇ ਵੀ ਕਾਫੀ ਸਮੱਸਿਆ ਰਹਿੰਦੀ ਆ। ਡੋਨਰ ਡੌਗ ਜਿਵੇਂ ਹਿਊਮਨ 'ਚ ਤਾਂ ਕਾਫੀ ਡੋਨਰ ਅੱਗੇ ਆਉਂਦੇ ਆ, ਪਰ ਐਨੀਮਲ ਦੇ ਵਿੱਚ ਕਿਉਂਕਿ ਇਹ ਨਵੀਂ ਚੀਜ਼ ਆ ਤਾਂ ਜਿਹੜੇ ਡੋਨਰ ਆ ਉਹ ਇੰਨੀ ਆਸਾਨੀ ਨਾਲ ਨਹੀਂ ਮਿਲਦੇ। ਅਸੀਂ ਕੀ ਕੀਤਾ ਹੈ ਹੁਣ ਵੀ ਹੋਲ ਬਲੱਡ ਚੜਾਉਣ ਦੀ ਬਜਾਏ ਇੱਕ ਜਿਹੜਾ ਮਸ਼ੀਨ ਆ ਕ੍ਰਾਇਓਫਿਊਜ਼, ਜਿਹੜੀ ਬਲੱਡ ਨੂੰ 3 ਹਿੱਸਿਆਂ 'ਚ ਵੰਡ ਦਿੰਦੀ ਆ, RBC, ਪਲੇਟਲੈਟ ਤੇ ਪਲਾਜ਼ਮਾ। ਅਸੀਂ ਉਹ ਇੱਕ ਮਤਲਬ ਡੋਨਰ ਡੌਗ ਜੇ ਬਲੱਡ ਦਿੰਦਾ ਏ ਉਹ 'ਚੋਂ ਉਹਨੂੰ 3 ਹਿੱਸਿਆਂ 'ਚ ਡਿਵਾਈਡ ਕਰ ਲੈਂਦੇ ਆ। ਉਹ 3 ਹਿੱਸਿਆਂ 'ਚ ਡਿਵਾਈਡ ਹੋਣ ਨਾਲ ਕੀ ਹੁੰਦਾ ਹੈ ਵੀ ਇੱਕ ਡੌਗ ਦਾ ਬਲੱਡ, ਇੱਕ ਡੋਨਰ ਡੌਗ ਦਾ ਬਲੱਡ 3 ਬਿਮਾਰ ਕੁੱਤਿਆਂ 'ਚ ਦਿੱਤਾ ਜਾ ਸਕਦਾ ਲੋੜ ਦੇ ਮੁਤਾਬਕ। ਉਧਰ ਦੂਜੇ ਪਾਸੇ ਆਮ ਲੋਕ ਵੀ ਇਹ ਬਲੱਡ ਬੈਂਕ ਖੁੱਲ੍ਹਣ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਨੂੰ ਆਪਣੇ ਕੁੱਤਿਆਂ ਦੇ ਇਲਾਜ ਅਤੇ ਉਹਨਾਂ ਦੀ ਜਾਨ ਬਚਾਉਣ ਵਿੱਚ ਬਹੁਤ ਮਦਦ ਮਿਲੇਗੀ। 100% ਫਾਇਦਾ ਹੈਗਾ ਜੀ। ਕਿਤੇ ਬਲੱਡ ਵਾਸਤੇ ਵੀ ਪ੍ਰੋਬਲਮ ਨਹੀਂ ਸੀ, ਹੁਣ ਇੱਥੇ ਹਰ ਚੀਜ਼ ਮਿਲੇਗੀ ਤੇ ਚਲੋ ਜੋ ਵੀ ਲੈਣਗੇ ਉਹਦਾ ਮਾਰ ਚਾਰजेस ਵਗੈਰਾ ਚੀਜ਼ ਮਿਲ ਜੂਗੀ ਨਾ, ਇਹ ਚੀਜ਼ ਬਹੁਤ ਫਾਇਦਾ ਹੋਊਗਾ ਭਾਜੀ। ਦੱਸ ਦਈਏ ਕਿ ਹਰ ਸਾਲ ਤਕਰੀਬਨ 25 ਤੋਂ 30 ਹਜ਼ਾਰ ਬਿਮਾਰ ਪਾਲਤੂ ਕੁੱਤੇ ਯੂਨੀਵਰਸਿਟੀ ਹਸਪਤਾਲ ਵਿੱਚ ਇਲਾਜ ਲਈ ਆਉਂਦੇ ਨੇ। ਇਹਨਾਂ ਵਿੱਚੋਂ 500 ਦੇ ਕਰੀਬ ਕੁੱਤੇ ਅਨੀਮੀਆ ਦਾ ਸ਼ਿਕਾਰ ਹੁੰਦੇ ਨੇ ਤੇ ਕਈ ਕੁੱਤਿਆਂ ਵਿੱਚ ਪਲੇਟਲੈਟਸ ਦੀ ਘਾਟ ਹੁੰਦੀ ਹੈ। ਕੁੱਤਿਆਂ ਦਾ ਪਹਿਲਾਂ ਇਲਾਜ ਸਿਰਫ ਦਵਾਈਆਂ ਰਾਹੀਂ ਕੀਤਾ ਜਾਂਦਾ ਸੀ, ਪਰ ਕਈ ਬਿਮਾਰ ਕੁੱਤੇ ਲਹੂ ਦੀ ਘਾਟ ਕਾਰਨ ਮਰ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੰਜਾਬ 'ਚ ਮਹਿੰਗੀਆਂ ਸਬਜ਼ੀਆਂ ਨੇ ਲੋਕਾਂ ਦਾ ਜਾਇਕਾ ਵਿਗਾੜ ਦਿੱਤਾ ਹੈ। ਵਪਾਰੀ ਇਸ ਦੇ ਲਈ ਕਾਲਾ ਬਾਜ਼ਾਰੀ, ਬਦਲਦੇ ਮੌਸਮ ਤੇ ਕਰੋਨਾ ਵਾਇਰਸ ਨੂੰ ਜ਼ਿੰਮੇਵਾਰ ਮੰਨ ਰਹੇ ਨੇ। ਦੂਜੇ ਪਾਸੇ ਮਹਿੰਗੀਆਂ ਸਬਜ਼ੀਆਂ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਇੱਕ ਤਾਂ ਕਰੋਨਾ ਕਾਰਨ ਲੋਕਾਂ ਦਾ ਬਜਟ ਪਹਿਲਾਂ ਹੀ ਹਿੱਲਿਆ ਹੋਇਆ, ਉਤੋਂ ਮਹਿੰਗੀਆਂ ਸਬਜ਼ੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ 'ਚ ਹੋਰ ਇਜ਼ਾਫਾ ਕਰ ਦਿੱਤਾ। ਸੰਸਦ 'ਚ ਜ਼ਰੂਰੀ ਵਸਤਾਂ ਸੋਧ ਬਿੱਲ ਪਾਸ ਹੋਣ ਦੇ ਨਾਲ ਹੀ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਨੇ। ਪੰਜਾਬ ਦੇ ਮਲੇਰਕੋਟਲਾ ਦੀ ਮੰਡੀ 'ਚ ਪਿਆਜ਼ 30 ਤੋਂ 35 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇੱਕ ਕਰੋਨਾ ਦੀ ਮਾਰ ਤੇ ਦੂਜੇ ਪਾਸੇ ਮਹਿੰਗੀਆਂ ਸਬਜ਼ੀਆਂ ਨੇ ਲੋਕਾਂ ਦਾ ਸਵਾਦ ਵਿਗਾੜ ਦਿੱਤਾ ਹੈ।
ਹਾਲਾਂਕਿ ਲੋਕਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਸਰਕਾਰ ਨੇ ਪਿਆਜ਼ ਬਾਹਰਲੇ ਦੇਸ਼ਾਂ 'ਚ ਭੇਜਣ ਤੇ ਰੋਕ ਲਗਾ ਦਿੱਤੀ ਹੈ, ਪਰ ਇਸ ਦਾ ਕੋਈ ਬਹੁਤਾ ਫਾਇਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਸਬਜ਼ੀਆਂ ਦਾ ਰਾਜਾ ਕਿਹਾ ਜਾਣ ਵਾਲਾ ਆਲੂ ਵੀ ਮਹਿੰਗਾ ਵਿਕ ਰਿਹਾ ਹੈ। ਲੋਕ ਇਸ ਸਭ ਤੋਂ ਪਰੇਸ਼ਾਨ ਨੇ, ਜਦਕਿ ਵਪਾਰੀਆਂ ਦਾ ਕਹਿਣਾ ਹੈ ਕਿ ਕਾਲਾ ਬਾਜ਼ਾਰੀ ਕਾਰਨ ਸਬਜ਼ੀਆਂ ਦੇ ਭਾਅ ਵਧ ਰਹੇ ਨੇ। ਸਰਕਾਰ ਨੂੰ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਤੋਂ 15-16 ਦਿਨ ਪਹਿਲਾਂ ਜਿਹੜਾ ਪਿਆਜ਼ ਸੀ ਜੀ ਉਹ 14-15 ਰੁਪਏ ਕਿਲੋ ਵਿਕ ਰਿਹਾ ਸੀ। ਅੱਜ ਜਿਹੜਾ ਸਾਨੂੰ ਮੰਡੀ 'ਚ ਮਾਰਕੀਟ ਦਾ ਰੇਟ ਹੈ, ਸਾਨੂੰ 30 ਜਾਂ 29 ਰੁਪਏ ਖਰੀਦ ਕਰਨਾ ਪੈਂਦਾ ਜੀ ਪੂਰੀ ਮਾਰਕੀਟ ਦੇ ਅੰਦਰੋਂ। ਲੇਕਿਨ ਸਪੋਰਟ ਬੰਦ ਹੋ ਜਾਵੇ, ਮਲੇਰਕੋਟਲਾ ਸ਼ਹਿਰ ਦੇ ਗਰੀਬ ਲੋਕ ਨੇ ਜਿਹੜੇ ਆਪਦੇ ਆਰਾਮ ਨਾਲ ਪਿਆਜ਼ 15-20 ਰੁਪਏ ਕਿਲੋ ਖਾ ਸਕਦੇ ਨੇ, ਲੇਕਿਨ 25-30-35 ਰੁਪਏ ਕਿਲੋ ਉਹਨਾਂ ਨੂੰ ਹੁਣ ਲਿਜਾਣਾ ਪੈਂਦਾ। ਇਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਜੀ। ਸਬਜ਼ੀਆਂ ਤਕਰੀਬਨ ਸਾਰੀਆਂ ਮਹਿੰਗੀਆਂ ਨਹੀਂ, ਹਰ ਸਬਜ਼ੀ 30-35-40 ਰੁਪਏ ਤੋਂ ਘੱਟ ਕੋਈ ਨਹੀਂ। ਅਗਰ ਜ਼ਿਮੀਂਦਾਰ ਨੂੰ ਕਹਿੰਦੇ ਭਾਈ ਇਹ ਸਬਜ਼ੀ ਕਹਿੰਦਾ ਜੀ ਸਾਨੂੰ ਦਵਾਈਆਂ ਦੀ ਸਬਸਿਡੀ ਨਹੀਂ ਮਿਲਦੀ, ਹਰ ਚੀਜ਼ ਮਹਿੰਗੀ ਆ, ਉਹਦੇ ਕਰਕੇ ਦਵਾਈਆਂ ਰੇਟ ਵਧਣ ਕਰਕੇ ਸਬਜ਼ੀਆਂ ਵੀ ਕਾਫੀ ਜ਼ਿਆਦਾ ਮਹਿੰਗੀਆਂ ਨੇ ਔਰ ਕੁਝ ਕਾਸਤ ਘੱਟ ਹੋ ਰਹੀ ਹੈ ਜੀ ਬਰਸਾਤ ਹੋਣ ਕਰਕੇ। ਲਾਕਡਾਊਨ ਦਾ ਹੀ ਫਰਕ ਆ? ਹਾਂਜੀ ਹਾਂ, ਉਹਦੇ ਨਾਲ ਬਹੁਤ ਫਰਕ ਪਿਆ ਹੋਇਆ ਜੀ। ਜਿਹੜੀਆਂ ਹਾਂਜੀ ਹਾਂ, ਉਹਦੇ ਨਾਲ ਸਬਜ਼ੀਆਂ ਜਿਹੜੀਆਂ ਵੀ ਆ ਰਹੀਆਂ ਘੱਟ ਆ ਰਹੀਆਂ ਨੇ ਔਰ ਮਹਿੰਗੀਆਂ ਨੇ। ਹਰ ਸਬਜ਼ੀ ਮਹਿੰਗੀ ਹੈ ਤਕਰੀਬਨ ਜੀ, ਹਰ ਸਬਜ਼ੀ ਦਾ ਮੁੱਲ ਹੈ, ਯਾਨੀ ਕਿ ਗਰੀਬ ਆਦਮੀ ਇਹ ਪਹੁੰਚ ਤੋਂ ਬਾਹਰ ਹੈ। ਉਧਰ ਇਹੀ ਹਾਲ ਮੋਗਾ ਦੀ ਮੰਡੀ ਦਾ ਹੈ। ਇੱਥੇ ਮਟਰ 180 ਰੁਪਏ ਕਿਲੋ, ਗੋਭੀ 60 ਰੁਪਏ, ਆਲੂ 40 ਤੇ ਘੀਆ 40 ਦੇ ਪਾਰ, ਟਮਾਟਰ 60 ਤੇ ਪਿਆਜ਼ ਵੀ 40 ਰੁਪਏ ਤੋਂ ਵੱਧ ਭਾਅ ਤੇ ਵਿਕ ਰਿਹਾ ਹੈ। ਇੱਥੇ ਦੁਕਾਨਦਾਰਾਂ ਨੇ ਮਹਿੰਗੀ ਸਬਜ਼ੀ ਦਾ ਕਾਰਨ ਕਰੋਨਾ ਵਾਇਰਸ ਤੇ ਬਦਲਦੇ ਮੌਸਮ ਨੂੰ ਦੱਸਿਆ ਹੈ। ਉਹਨਾਂ ਮੁਤਾਬਕ ਦੂਜੇ ਸੂਬਿਆਂ ਤੋਂ ਸਬਜ਼ੀ ਦੀ ਆਮਦ 'ਚ ਕਮੀ ਹੋਣ ਕਾਰਨ ਸਬਜ਼ੀਆਂ ਦੇ ਭਾਅ ਵਧ ਰਹੇ ਨੇ। पीछे से बहुत कम माल आता है, इसी वजह से महंगा है, हर एक चीज़ महंगा है। जो चीज़ पहले 15 रुपए किलो मिलता था, प्याज जैसे 15-16 रुपए किलो का भाव था आज से 10 दिन पहले, और अभी ऐसा हालात हो गया कि मंडी 32-33 रुपए किलो बोल रहा है। तो हम लोग क्या, दुकानदार क्या कर सकता है? दुकानदार को अगर पीछे से सस्ता मिलेगा तो दुकानदार सस्ता बेचेगा। ਪਹਿਲਾਂ 50 ਰੁਪਏ ਦੀ ਇੱਕ ਫੈਮਿਲੀ ਲਈ ਸਬਜ਼ੀ ਆ ਜਾਂਦੀ ਸੀ, ਅੱਜ ਉਹ 100-150 ਨੂੰ ਪਹੁੰਚ ਗਈ ਹੈ। ਇੰਨੀ ਮਹਿੰਗਾਈ ਆ ਕਿ ਮਤਲਬ ਜਿਹੜਾ ਗਰੀਬ ਤਬਕਾ, ਚਲੋ ਮੀਡੀਅਮ ਤਾਂ ਫੇਰ ਖਾ ਲਾਂਗੇ, ਇਹ ਗਰੀਬ ਉਹ ਕੀ ਕਰਨਗੇ। ਜਿਹੜੀ ਚੀਜ਼ ਅਗੇ ਕਿਲੋ ਲਈ ਸੀ ਪਾਈ ਵਾਲੀ ਜਾਈਦੀ ਹੈ, ਇਹ ਹਾਲਾਤ ਹੋ ਗਏ, ਇੰਨਾ ਬੁਰਾ ਹਾਲ ਹੈ। ਟੋਟਲ ਬਜਟ ਹਿਲ ਗਏ ਲੋਕਾਂ ਦੇ। ਇੱਕ ਤਾਂ ਕਰੋਨਾ ਦੀ ਮਹਾਮਾਰੀ, ਲੋਕੀ ਕਰੋਨਾ ਨਾਲ ਮਰੇ, ਮੇਰੇ ਕੋਲ ਮਹਿੰਗਾਈ ਨਹੀਂ ਮਰ ਜਾਣੇ ਲੋਕੀ। ਜਿਹੜੀ 20 ਰੁਪਏ ਚੀਜ਼ ਸੀਗੀ ਅੱਜ 70-20 ਹੈ, ਪਰ ਉਹ ਵੀ ਫਰੈਸ਼ ਨਹੀਂ ਮਿਲਦੀ। ਦਰਅਸਲ ਸਬਜ਼ੀਆਂ ਦੇ ਭੰਡਾਰਨ 'ਚ ਹੋ ਰਹੀ ਕਾਲਾ ਬਾਜ਼ਾਰੀ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਸਬਜ਼ੀ ਖਰੀਦਣੀ ਪੈ ਰਹੀ ਹੈ। ਇਸ ਵੇਲੇ ਜਦੋਂ ਬਰਸਾਤਾਂ ਖਤਮ ਹੋ ਰਹੀਆਂ ਨੇ ਅਤੇ ਲੋਕਡਾਊਨ 'ਚ ਲਗਾਤਾਰ ਢਿੱਲ ਦਿੱਤੀ ਜਾ ਰਹੀ ਹੈ, ਤਾਂ ਸਬਜ਼ੀਆਂ ਮਹਿੰਗੀਆਂ ਹੋਣ ਦਾ ਕੋਈ ਹੋਰ ਕਾਰਨ ਹੋਣ ਦੇ ਚਾਂਸ ਹੋਣੇ ਬਹੁਤ ਘੱਟ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ। ਦੇਸ਼ 'ਚ ਫੜੀ ਕਰੋਨਾ ਨੇ ਰਫ਼ਤਾਰ, ਇੱਕ ਦਿਨ 'ਚ ਲੱਖ ਦੇ ਕਰੀਬ ਆਏ ਨਵੇਂ ਕੇਸ, 1100 ਤੋਂ ਵੱਧ ਲੋਕਾਂ ਦੀ ਹੋਈ ਮੌਤ। LAC ਤੇ ਚੀਨ ਦੀ ਨਵੀਂ ਚਾਲ, ਸਰਹੱਦ ਤੇ ਵੱਜਾ ਰਹੇ ਪੰਜਾਬੀ ਗਾਣੇ, ਭਾਰਤੀ ਸੈਨਿਕਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਵਜੋਂ ਵੇਖ ਰਹੇ ਰੱਖਿਆ ਮਾਹਿਰ। ਪੰਜਾਬ ਕੈਬਨਿਟ ਦੀ ਅੱਜ ਹੋਈ ਵਰਚੁਅਲ ਮੀਟਿੰਗ, ਕਈ ਅਹਿਮ ਯੋਜਨਾਵਾਂ ਤੇ ਹੋਈ ਚਰਚਾ, ਮੁੱਖ ਮੰਤਰੀ ਨੇ ਕੀਤੀ ਮੀਟਿੰਗ ਦੀ ਅਗਵਾਈ। ਖੇਤੀ ਆਰਡੀਨੈਂਸ ਅਤੇ ਕਿਸਾਨਾਂ ਦਾ ਹਰਸਿਮਰਤ ਦੇ ਘਰ ਵੱਲ ਟਰੈਕਟਰ ਮਾਰਚ, ਆਮ ਆਦਮੀ ਪਾਰਟੀ ਨੇ ਵੀ ਲਿਆ ਟਰੈਕਟਰ ਮਾਰਚ 'ਚ ਹਿੱਸਾ, ਹਰਪਾਲ ਚੀਮਾ ਨੇ ਮੰਗਿਆ ਹਰਸਿਮਰਤ ਦਾ ਅਸਤੀਫਾ। ਅਤੇ ਭਗਵੰਤ ਮਾਨ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਦਾਅਵਾ, ਮਾਨ ਮੁਤਾਬਕ ਆਮ ਆਦਮੀ ਪਾਰਟੀ ਤੇ ਕਿਸਾਨਾਂ ਦੇ ਦਬਾਅ ਦੇ ਚੱਲਦਿਆਂ ਬਦਲਿਆ ਸੁਖਬੀਰ ਬਾਦਲ ਨੇ ਫੈਸਲਾ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।